आपे हीरा रतन अमोलो, आपे नदरी ਤੋਲੇ ਤੋਲੋ। ਮਨੁੱਖ ਆਪਣੀ ਸੋਚਣ ਸ਼ਕਤੀ ਮੁਤਾਬਿਕ ਪ੍ਰਭੂ ਦੀ ਤੁਲਨਾ ਦੁਨਿਆਵੀ ਪਦਾਰਥਾਂ ਨੂੰ ਪਹਿਲ ਦਿੰਦਾ ਹੈ, ਪਰ ਇਹ ਪ੍ਰਭੂ ਦੀ ਕਿਰਪਾ ਅਨਮੋਲ ਹੀਰੇ ਜਵਾਹਰ ਰਤਨਾਂ ਤੋਂ ਬਹੁਮੁੱਲੀ ਪਦਾਰਥ ਹੈ। ਜਿਸ ਨੇ ਇਸ ਨੂੰ ਪ੍ਰਾਪਤ ਕਰ ਲਿਆ ਉਹੀ ਇਸ ਦੀ ਕੀਮਤ ਜਾਣ ਸਕਦਾ ਹੈ। ਜਿਸ ਨੇ ਇਸ ਨੂੰ ਪਰਖਿਆ ਨਹੀਂ ਉਹ ਇਸ ਦੇ ਮਾਪ ਤੋਲ ਦੇ ਪੈਮਾਨਿਆਂ ਨੂੰ ਕੀ ਜਾਣੇ। ਹੇ ਪ੍ਰਾਣੀ, ਜੇ ਇਹ ਹੀਰੇ ਜਵਾਹਰਤ ਤੋਂ ਵੀ ਕੀਮਤੀ ਤੇ ਸੱਚੇ ਦੀ ਦਰਗਾਹ ਅੰਦਰ ਮੁਕਤੀ ਦਿਵਾਉਣ ਵਾਲੇ ਪਦਾਰਥਾਂ ਦਾ ਵਪਾਰੀ ਬਣਨਾ ਹੈ ਤਾਂ ਉਸ ਪਰਮੇਸ਼ਰ ਦਾ ਸਿਮਰਨ ਕਰ ਅਤੇ ਪੂਰਨ ਮਹਾਂਪੁਰਖਾਂ ਦੀ ਸੰਗਤ ਨਾਲ ਜੁੜ, ਜਿਨ੍ਹਾਂ ਭਗਤਾਂ ਦੇ ਮਨ ਅੰਦਰ ਪਰਮਾਤਮਾ ਦੀ ਵਡਿਆਈ ਵਸਦੀ ਹੈ। ਸ੍ਰਿਸ਼ਟੀ ਪਰਮਾਤਮਾ ਦੀ ਰਚਨਾ ਹੈ। ਇਹ ਨਾਸ਼ਵਾਨ ਸੰਸਾਰ ਤੋਂ ਸਰੀਰ ਤਿਆਗ ਰਹੇ ਲੋਕਾਂ ਨੂੰ ਦੇਖ ਕੇ ਵੀ ਇਨਸਾਨ ਆਪ ਨੂੰ ਅਸਥਿਰ ਤੇ ਅਮਰ ਸਮਝਦੇ ਹਨ। ਇਸ ਜੀਵ ਨੇ 5 ਵਿਕਾਰਾਂ ਦੇ ਵਸ ਹੋ ਕੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਪੁੱਤਰਾਂ, ਮਿੱਤਰਾਂ ਤੇ ਮਾਇਆ ਦੇ ਮੋਹ ਦੇ ਬੰਧਨ ਵਿੱਚ ਆਪਣੇ ਆਪ ਨੂੰ ਇਉਂ ਜਕੜ ਲੈਂਦਾ ਹੈ ਜਿਵੇਂ ਮ੍ਰਿਗ ਰੇਗਿਸਤਾਨ ਜਾਂ ਮਾਰੂਥਲ ਵਿੱਚ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਉਸ ਦੀ ਪ੍ਰਾਪਤੀ ਲਈ ਭਟਕਦਾ ਹੈ ਅਤੇ ਆਖਰ ਨੂੰ ਜਾਨ ਦੇ ਦਿੰਦਾ ਹੈ। ਅਜਿਹੀ ਹਾਲਤ ਮਾਨਵ ਦੀ ਹੈ ਜੋ ਕੂੜ ਦੇ ਸੰਸਾਰ ਨੂੰ ਅਸਲੀਅਤ ਅਤੇ ਸੁੱਖ ਰੂਪ ਸਮਝ ਕੇ ਭਟਕ ਰਿਹਾ ਹੈ। ਇਹੋ ਜਿਹੀ ਭਟਕਣਾ ਤੋਂ ਛੁਟਕਾਰਾ ਮਿਲਦਾ ਹੈ ਮਹਾਂਪੁਰਖਾਂ ਦੀ ਸੰਗਤ ਕਰਿਆਂ, ਚਰਨ ਸ਼ਰਨ ਆਇਆ, ਪਰ ਇਹ ਮਿਲਦੀ ਹੀ ਪੂਰਬਲੇ ਕਰਮਾਂ ਦੇ ਧਨੀ ਨੂੰ ਹੈ। ਸੰਤ ਵਧਾਵਾ ਸਿੰਘ ਜੀ ਦੇ ਚਲੇ ਜਾਣ ਤੋਂ ਬਾਅਦ ਸੰਤ ਬਾਬਾ ਨੰਦ ਸਿੰਘ ਜੀ ਨੂੰ ਮਹਾਂਪੁਰਖ ਬਾਬਾ ਜੀ ਨੇ ਆਪਣੇ ਪਾਸ ਬੁਲਾਇਆ ਅਤੇ ਇੱਕ ਸ਼ਬਦ ਦੱਸੇ ਕਿ ਉਸ ਨੂੰ ਜਪਣ ਦਾ ਹੁਕਮ ਦਿੱਤਾ। ਬਾਬਾ ਜੀ ਨੰਦ ਸਿੰਘ ਜੀ ਨੇ ਸਤਬਚਨ ਕਹਿ ਕੇ ਸਿਰ ਝੁਕਾ ਦਿੱਤਾ। ਹਜੂਰ ਦਾ ਹੁਕਮ ਸੀ, ਇਕਾਂਤ ਜਗ੍ਹਾ ਨਿਵਾਸ ਕਰੋ, ਇੱਕ ਸਮੇਂ ਹਰ ਰੋਜ਼ ਦਰਸ਼ਨ ਕਰ ਜਾਇਆ ਕਰੋ। ਇਸ ਤੋਂ ਉਪਰੰਤ ਇਕਾਂਤ ਵਿੱਚ ਜਾ ਕੇ ਨਿਤਨੇਮ ਦੇ ਨਾਲ ਹੀ ਸ਼ਬਦ ਦੇ ਅਭਿਆਸ ਵਿੱਚ ਲੀਨ ਹੋ ਗਏ। ਕੁਝ ਹੀ ਦਿਨਾਂ ਬਾਅਦ ਰਿੱਧੀਆਂ ਸਿੱਧੀਆਂ ਅਤੇ ਗੁਪਤ ਸ਼ਕਤੀਆਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਣ ਲੱਗ ਪਈਆਂ। ਇੱਕ ਦਿਨ ਸੁਭਾਵਿਕ ਹੀ ਆਪ ਨੇ ਉਹਨਾਂ ਨੂੰ ਬਚਨ ਕੀਤਾ, ਤੁਸੀਂ ਕੌਣ ਹੋ ਭਾਈ? ਉਹਨਾਂ ਉੱਤਰ ਦਿੱਤਾ, ਮਹਾਰਾਜ, ਅਸੀਂ ਨਿਰੰਕਾਰ ਦੀਆਂ ਗੁਪਤ ਸ਼ਕਤੀਆਂ ਰਚੀਆਂ ਹੋਈਆਂ ਹਾਂ। ਬਾਬਾ ਜੀ ਨੇ ਬਚਨ ਕੀਤਾ ਕਿ ਇੱਥੇ ਕੀ ਲੈਣ ਆਈਆਂ ਹੋ? ਉੱਤਰ ਸੀ, ਤੁਸੀਂ ਸਾਨੂੰ ਯਾਦ ਕੀਤਾ ਤੇ ਅਸੀਂ ਚੱਲੀਆਂ ਆਈਆਂ। ਜਿਹੜਾ ਸ਼ਬਦ ਤੁਸੀਂ ਜਪ ਰਹੇ ਹੋ ਉੱਥੇ ਅਸੀਂ ਹਾਜ਼ਰ ਹੁੰਦੀਆਂ ਹਾਂ ਜਿੱਥੇ ਇਹਦਾ ਜਾਪ ਹੋਵੇਗਾ। ਜਵਾਬ ਸੁਣ ਕੇ ਬਾਬਾ ਜੀ ਹੈਰਾਨ ਹੋ ਗਏ। ਵਿਚਾਰ ਆਈ ਕਿ ਇਹ ਹੁਣ ਕੀ ਕੀਤਾ ਜਾਵੇ। ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ, ਪਰ ਮਾਲਕ ਅੱਗੇ ਇਨਕਾਰ ਕਿਵੇਂ ਕਰੀਏ? ਬੋਲਣਾ ਠੀਕ ਨਹੀਂ, ਅਸੀਂ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸਮਝਦੇ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੇ ਅਵਰ ਨਾ ਪਾਇਆ ਰਾਮ। ਇਹੋ ਜਿਹੀਆਂ ਸ਼ਕਤੀਆਂ ਕਠਿਨ ਕਮਾਈ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ। ਜਿੰਨੀ ਕਠਿਨ ਕਮਾਈ ਇਹਨਾਂ ਮਹਾਂਪੁਰਖਾਂ ਦੀ, ਇਸ ਨੂੰ ਸਮਝਣਾ ਔਖਾ ਹੈ। ਇਹ ਜੋ ਵੀ ਕਰਦੇ ਸਨ ਪ੍ਰਤੱਖ ਨਹੀਂ, ਇਨਸਾਨ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੋਣ ਦਿੰਦੇ ਸਨ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸ਼ਾਹਾ, ਅਵਰ ਕਿਆ ਜਾਣੈ ਕੋਏ। ਪਰਮੇਸ਼ਰ, ਤੇਰੇ ਦਰਸ਼ਨ ਮੇਰੇ ਲਈ ਦੁਰਲੱਭ ਨਿਆਮਤ ਹੈ। ਮੇਰੀ ਜ਼ਿੰਦਗੀ ਦਾ ਆਨੰਦ, ਖੁਸ਼ੀ ਅਤੇ ਸੁੱਖ ਤੇਰੇ ਦੀਦਾਰ ਵਿੱਚ ਹੀ ਹੈ। ਪ੍ਰਭੂ ਨੇ ਆਪਣੀ ਕਲਾ ਵਰਤਾ ਕੇ
ਅਦਭੁਤ ਸ੍ਰਿਸ਼ਟੀ ਦੀ ਸਾਧਨਾ ਕੀਤੀ ਹੈ। ਜਿਵੇਂ ਆਕਾਸ਼ ਵਿੱਚ ਸੂਰਜ, ਚੰਦਰਮਾ, ਤਾਰਿਆਂ ਦਾ ਚਮਕੀਲਾ ਰੂਪ, ਧਰਤੀ ਉੱਤੇ ਅਨੇਕਾਂ ਪ੍ਰਕਾਰ ਦੀ ਬਨਸਪਤੀ, ਪਹਾੜਾਂ ਦੀਆਂ ਚੋਟੀਆਂ, ਫੁੱਟਦੇ ਹੋਏ ਚਸ਼ਮੇ, ਸਮੁੰਦਰ ਦੇ ਪਾਣੀ ਦੀਆਂ ਲਹਿਰਾਂ, ਇਨਸਾਨੀ ਖੋਜ ਦੁਆਰਾ ਅਨੇਕ ਪ੍ਰਕਾਰ ਦੇ ਅਜੂਬੇ ਹਨ, ਪਰ ਇਹਨਾਂ ਦੇ ਦਰਸ਼ਨ ਕਰਨ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਸੀ ਸਮਝਦੇ। ਇਹਨਾਂ ਤੋਂ ਛੁਟਕਾਰਾ ਪਾਉਣ ਲਈ ਆਪ ਹਜ਼ੂਰ ਬਾਬਾ ਜੀ ਮਹਾਰਾਜ ਸਿੰਘ ਜੀ ਅੱਗੇ ਬੇਨਤੀ ਕਰਨ ਲਈ ਟਿੱਲੇ ਉੱਪਰ ਪਹੁੰਚ ਗਏ। ਨਮਸਕਾਰ ਕਰਨ ਉਪਰੰਤ ਬੈਠ ਗਏ, ਕਿਉਂਕਿ ਹਜ਼ੂਰ ਸਮਾਧੀ ਅਸਥਿਤ ਸਨ। ਕੁਝ ਦੇਰ ਬਾਅਦ ਹਜ਼ੂਰ ਨੇ ਨੇਤਰ ਖੋਲ੍ਹੇ ਤਾਂ ਬਾਬਾ ਜੀ ਆਨੰਦ ਸਿੰਘ ਜੀ ਨੇ ਫਿਰ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗਰੀਬ ਨਿਵਾਜ਼, ਹੁਕਮ ਹੋਵੇ ਤਾਂ ਇੱਕ ਬੇਨਤੀ ਕਰਨੀ ਹੈ। ਦੱਸੋ ਕੀ ਆਖਣਾ ਚਾਹੁੰਦੇ ਹੋ? ਬਾਬਾ ਜੀ ਨੇ ਪੁੱਛਿਆ। ਬਾਬਾ ਜੀ ਨੇ ਕਿਹਾ, ਪਾਤਸ਼ਾਹ, ਜਿਹੜਾ ਸ਼ਬਦ ਆਪ ਜੀ ਬਖਸ਼ਿਆ ਹੈ ਉਸ ਨਾਲ ਅਜੀਬ ਹੀ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ, ਕਹਿਣ ਸੁਣਨ ਲਈ ਮਜਬੂਰ ਕਰਦੀਆਂ ਹਨ। ਸਿਮਰਨ ਵਿੱਚ ਮਨ ਨਹੀਂ ਟਿਕਦਾ। ਜੋ ਸਾਹਮਣੇ ਆਉਂਦੀਆਂ ਹਨ ਉਹ ਕੀ ਆਖਦੀਆਂ ਹਨ? ਹਜ਼ੂਰ ਨੇ ਬਚਨ ਕੀਤਾ। ਉਹ ਕਹਿੰਦੀਆਂ ਹਨ, ਦੱਸੋ ਕੀ ਕੰਮ ਹੈ, ਸਾਨੂੰ ਕਿਵੇਂ ਬੁਲਾਇਆ ਹੈ ਹਜ਼ੂਰ? ਦਾਸ ਨੂੰ ਤਾਂ ਬੋਲਣ ਦਾ ਪਤਾ ਨਹੀਂ, ਨਾ ਅੱਗੇ ਕਦੇ ਆਈਆਂ ਹਨ। ਮੈਂ ਤਾਂ ਤੁਹਾਡਾ ਹੁਕਮ ਮੰਨ ਕੇ ਹੀ ਜਪ ਰਿਹਾ ਹਾਂ। ਬਾਬਾ ਆਨੰਦ ਸਿੰਘ ਜੀ ਨੇ ਇਹ ਉੱਤਰ ਦਿੱਤਾ। ਤੁਹਾਨੂੰ ਲੋੜ ਨਹੀਂ ਇਹਨਾਂ ਦੀ? ਹਜ਼ੂਰ ਨੇ ਪ੍ਰਸ਼ਨ ਕੀਤਾ। ਨਹੀਂ ਹਜ਼ੂਰ, ਬਾਬਾ ਜੀ ਦਾ ਜਵਾਬ ਸੀ। ਦੁਨੀਆ ਦੇ ਸੰਤ, ਮਹੰਤ, ਫਕੀਰ ਇਹਨਾਂ ਦੇ ਪਿੱਛੇ ਪਿੱਛੇ ਫਿਰਦੇ ਹਨ, ਤੁਸੀਂ ਲੋੜ ਨਹੀਂ ਸਮਝਦੇ। ਇਹ ਹੁਕਮ ਨਾਲ ਹੀ ਆਈਆਂ ਹਨ। ਹਜ਼ੂਰ ਬਾਬਾ ਜੀ ਨੇ ਬਚਨ ਕੀਤਾ। ਬਾਬਾ ਆਨੰਦ ਸਿੰਘ ਜੀ ਦੇ ਚੁੱਪ ਰਹਿਣ ਤੋਂ ਬਾਅਦ ਬਾਬਾ ਜੀ ਨੇ ਫਿਰ ਪ੍ਰਸ਼ਨ ਕੀਤਾ, ਫਿਰ ਕੀ ਚਾਹੀਦਾ ਹੈ ਜੇ ਇਹਨਾਂ ਦੀ ਲੋੜ ਨਹੀਂ? ਮਹਾਰਾਜ, ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ ਤੇ ਮੈਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਵਾਓ, ਉਹਨਾਂ ਦੀ ਪ੍ਰੀਤ ਬਖਸ਼ੋ। ਬਾਬਾ ਜੀ ਦੀ ਬੇਨਤੀ ਸੀ, ਰਾਜ ਨ ਚਾਹੂੰ ਮੁਕਤ ਨ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਹਜ਼ੂਰ ਮਿਹਰ ਦੇ ਘਰ ਆਏ ਤੇ ਬਚਨ ਕੀਤਾ, ਚੰਗਾ, ਫਿਰ ਮੂਲ ਮੰਤਰ ਦਾ ਜਾਪ ਕਰੋ। ਪਹਿਲਾਂ ਸਾਰੀ ਸ਼ਰਾ ਕਰਵਾਈ, ਫਿਰ ਹੁਕਮ ਕੀਤਾ, 1300 ਵਾਰੀ ਬਚਨ ਕਰੋ, ਕਹੋ ਕਿ ਮੈਂ ਤੇਰਾ, ਮੈਂ ਤੇਰਾ। ਬਾਬਾ ਜੀ ਪੁੱਛੋ ਵਾਲਿਆਂ ਨੇ ਆਪਣਾ ਹੱਥ ਹੇਠ ਰੱਖ ਕੇ ਉੱਪਰ ਬਾਬਾ ਜੀ ਆਨੰਦ ਸਿੰਘ ਜੀ ਦਾ ਹੱਥ ਰੱਖ ਕੇ ਆਪਣੇ ਦੂਜੇ ਹੱਥ ਨਾਲ ਹੱਥ ਬਾਬਾ ਜੀ ਦਾ ਲਾ ਕੇ ਗਿਣਤੀ ਕਰਦੇ ਰਹੇ। ਆਖਰ ਬਚਨ ਕੀਤਾ, ਸ਼ੁੱਧ ਹੈ। ਹੁਕਮ ਹੋਇਆ, 40 ਦਿਨ ਲਗਾਤਾਰ ਮੂਲ ਮੰਤਰ ਦਾ 1.25 ਲੱਖ ਪਾਠ ਕਰੋ। ਇਸ ਤਰ੍ਹਾਂ ਮਰਿਆਦਾ ਵੀ ਸਮਝਾ ਦਿੱਤੀ ਤੇ ਬਚਨ ਕੀਤਾ, ਕਠਿਨ ਘਾਲਣਾ ਘਾਲਣੀ ਪਵੇਗੀ। 101 ਪੰਕਤੀ ਦਾ ਸੰਪੜ ਪਾਠ ਅਤੇ 12 ਸਾਲ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸੇਵਾ ਗਾਗਰ ਦੀ ਕਰਨੀ ਹੈ। ਬਾਬਾ ਆਨੰਦ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ, 1 ਸਾਲ ਦਾਸ ਨੇ ਸੇਵਾ ਕੀਤੀ ਹੈ। ਉਸ ਤੋਂ ਬਾਅਦ ਜੋ ਉੱਥੇ ਬਿਰਤਾਂਤ ਵਰਤਿਆ ਉਹ ਵੀ ਦੱਸ ਦਿੱਤਾ। ਇਹ ਸੁਣ ਕੇ ਬਾਬਾ ਜੀ ਮਹਾਰਾਜ ਸਿੰਘ ਜੀ ਨੇ ਕਿਹਾ, ਜੇ ਸਤਿਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਹਨ ਤੇ ਹੁਕਮ ਨਾਲ ਇੱਥੇ ਆਉਣਾ ਹੋਇਆ ਤਾਂ ਸ਼ੁੱਧ ਹੈ। ਬਚਨ ਕਰਦੇ ਕਰਦੇ ਹਜ਼ੂਰ ਅੰਤਰ ਧਿਆਨ ਹੋ ਗਏ। ਕੁਝ ਸਮੇਂ ਬਾਅਦ ਨੇਤਰ ਖੋਲ੍ਹੇ ਤਾਂ ਹੁਕਮ ਕੀਤਾ, ਸੰਪਟ ਪਾਠ ਕਰਨੇ ਪੈਣਗੇ। ਕੰਮ ਜ਼ਿਆਦਾ ਹੈ, ਸਮਾਂ ਘੱਟ। ਚੰਗਾ, ਸਾਵਧਾਨ ਹੋ ਕੇ ਰਹਿਣਾ। ਜੇ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਬਿਨਾਂ ਕਿਸੇ ਸ਼ੰਕੇ ਦੇ ਪੁੱਛ ਲੈਣਾ। ਹੁਣ ਤੁਸੀਂ ਇੱਥੋਂ ਚੜ੍ਹਦੇ ਵਾਲੇ ਪੂਰਬ ਵਾਲੇ ਪਾਸੇ ਜਾਓ ਅਤੇ ਆਪਣਾ ਕੰਮ ਕਰੋ। ਸਤ ਵਚਨ ਦਾ ਉਚਾਰਨ ਕਰਕੇ ਬਾਬਾ ਜੀ ਪੁੱਛੋ ਤੋਂ ਚੱਲ ਪਏ।